ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਊਟਲੁੱਕ ਆਈਐਸ ਵਿੱਚ। ਅੱਜ ਅਸੀਂ 6th of January 2021 ਦਾ ਨਿਊਜ਼ਪੇਪਰ ਡਿਸਕਸ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ-ਬਹੁਤ ਥੈਂਕ ਯੂ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਮੇਰੀ ਇਸ ਇਨੀਸ਼ੀਏਟਿਵ ਨੂੰ ਸਪੋਰਟ ਕਰ ਰਹੇ ਹੋ, ਵੀਡੀਓਜ਼ ਨੂੰ ਸੁਣ ਰਹੇ ਹੋ, ਜਿਸ ਵਿੱਚ ਤੁਹਾਡਾ ਆਪਣਾ ਵੀ ਬੈਨੀਫਿਟ ਹੈ। ਤੇ ਕੱਲ ਮੈਂ ਇੱਕ ਹੋਰ ਨਵਾਂ ਇਨੀਸ਼ੀਏਟਿਵ ਸ਼ੁਰੂ ਕੀਤਾ ਸੀ MCQs ਦਾ, ਤੁਸੀਂ ਉਸ ਨੂੰ ਵੀ ਯੂਜ਼ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਚਲੋ ਹੁਣ ਨਿਊਜ਼ਪੇਪਰ ਦੀ ਡਿਸਕਸ਼ਨ ਸਟਾਰਟ ਕਰਦੇ ਹਾਂ। The very first news is the vaccine rollout by January 13। ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਵੈਕਸੀਨ ਦੇ ਜੋ ਡਰਾਈ ਰਨ ਸੀ ਉਹ ਡਿਫਰੈਂਟ ਸਟੇਟਸ ਦੇ ਵਿੱਚ ਹੋਏ ਸੀ ਤੇ ਪੰਜਾਬ ਵਾਜ਼ ਆਲਸੋ ਵਨ ਆਫ ਦ ਸਟੇਟ। ਔਰ ਹੁਣ ਜੋ ਹੈ ਗਵਰਨਮੈਂਟ ਨੇ ਜਨਵਰੀ 13 ਤੋਂ ਵੈਕਸੀਨ ਦੇ ਜੋ ਇੰਜੈਕਸ਼ਨ ਮਤਲਬ ਵੈਕਸੀਨ ਜੋ ਹੈ ਉਹ ਪੇਸ਼ੈਂਟਸ ਨੂੰ ਜਾਂ ਫਿਰ ਜੋ ਵੀ ਰਜਿਸਟਰ ਕਰਨਗੇ ਉਹਨਾਂ ਦੇ ਲਈ ਤੇ ਪ੍ਰਾਇਮਰੀਲੀ ਗਵਰਨਮੈਂਟ ਨੇ ਜਿੰਨੇ ਵੀ ਫਰੰਟ ਐਂਡ ਦੇ ਜੋ ਸਰਵਿਸ ਪ੍ਰੋਵਾਈਡਰ ਸੀਗੇ, ਪੁਲਿਸ ਹੋ ਗਈ ਜਾਂ ਫਿਰ ਡਾਕਟਰਸ ਵਗੈਰਾ ਹੋ ਗਏ, ਇਹ ਸਭ ਨੂੰ ਫ੍ਰੀ ਆਫ ਕਾਸਟ ਵੈਕਸੀਨ ਦੇਣੀ ਹੈ। ਵੈਕਸੀਨ ਜੋ ਹੈ ਉਹ ਵੈਸੇ ਵੀ ਔਰ ਆਮ ਜਨਤਾ ਵੀ 50 ਇਅਰਸ ਤੋਂ ਅਬਵ ਵਾਲਿਆਂ ਨੂੰ ਵੀ ਗਵਰਨਮੈਂਟ ਨੇ ਵੈਕਸੀਨ ਦੇਣੀ ਹੈ, ਪਰ ਨਾਲ ਦੀ ਨਾਲ ਇੱਕ ਕਾਮਨ ਜਨਤਾ ਵੀ ਰਜਿਸਟਰ ਕਰਵਾ ਕੇ ਵੈਕਸੀਨ ਦਾ ਜੋ ਇਹ ਇੰਜੈਕਸ਼ਨ ਹੈ ਉਸਨੂੰ ਲਗਵਾ ਸਕਦੀ ਹੈ। ਐਂਡ ਦੈਟ ਇਜ਼ ਦ ਨਿਊਜ਼ ਐਕਚੁਅਲੀ ਬੇਸਿਕਲੀ। ਨਾਲ ਦੀ ਨਾਲ ਇਸ ਦੇ ਵਿੱਚ ਇਹ ਵੀ ਹੈ ਕਿ UK ਦਾ ਪ੍ਰਾਈਮ ਮਿਨਿਸਟਰ ਜਿਨ੍ਹਾਂ ਦਾ ਨਾਮ ਬੋਰਿਸ ਜੌਨਸਨ ਹੈ, ਉਹਨਾਂ ਨੇ ਐਕਚੁਅਲੀ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਸੀਗਾ ਆਪਣੇ 26 ਜਨਵਰੀ ਪਰੇਡ ਦੇ ਲਈ ਇੰਡੀਆ ਵੱਲੋਂ, ਬਟ ਉਹਨਾਂ ਨੇ ਆਪਣਾ ਇਹ ਟ੍ਰਿਪ ਕੈਂਸਲ ਕਰ ਦਿੱਤਾ ਬਿਕੋਜ਼ ਆਫ ਦਿਸ ਕਰੰਟ ਸਿਚੁਏਸ਼ਨ ਆਫ ਦਿਸ ਪੈਂਡੇਮਿਕ ਸਿਚੁਏਸ਼ਨ। ਠੀਕ ਹੈ, ਐਕਚੁਅਲੀ ਜਿਵੇਂ ਕਿ ਇਹ ਵੀ ਪਤਾ ਹੈ ਕਿ ਹੁਣ ਕੋਵਿਡ ਦਾ ਜੋ ਨਿਊ ਵੇਰੀਐਂਟ ਹੈ UK ਵਿੱਚ ਕਾਫੀ ਫ੍ਰੀਕੁਐਂਟਲੀ ਔਰ ਕਾਫੀ ਤੇਜ਼ੀ ਨਾਲ ਸਪਰੈਡ ਕਰ ਰਿਹਾ ਹੈ। ਉਸਦਾ ਰੇਟ ਆਫ ਸਪਰੈਡ ਇਜ਼ ਕੁਆਇਟ ਮੋਰ ਦੈਨ ਦਿਸ ਪ੍ਰੀਵੀਅਸ ਵਰਜ਼ਨ ਆਫ ਕੋਵਿਡ, ਬਟ ਹਾਂਜੀ ਇਸ ਸਿਚੁਏਸ਼ਨ ਨੂੰ ਚਲਦੇ ਹੋਏ ਫਿਰ ਉਹਨਾਂ ਨੇ ਆਪਣੀ ਇਸ ਟ੍ਰਿਪ ਨੂੰ ਕੈਂਸਲ ਕਰ ਦਿੱਤਾ। ਚਲੋ ਦ ਨੈਕਸਟ ਨਿਊਜ਼ ਇਜ਼ no infirmities in approval ਐਸੀ go ahead to Central Vista। ਹੁਣ ਇਸ ਨਿਊਜ਼ ਨੂੰ ਜੇਕਰ ਅਸੀਂ ਪੜ੍ਹੀਏ ਤਾਂ ਸਾਨੂੰ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਸੈਂਟਰਲ ਵਿਸਤਾ ਕੀ ਹੈ। ਤੇ ਸੈਂਟਰਲ ਵਿਸਤਾ ਇੱਕ ਇਹ ਪ੍ਰੋਜੈਕਟ ਹੈ ਗਵਰਨਮੈਂਟ ਦਾ ਰੀਡਿਵੈਲਪਮੈਂਟ ਪ੍ਰੋਜੈਕਟ ਹੈ, ਜਿਸ ਦੇ ਵਿੱਚ ਪਾਰਲੀਮੈਂਟਰੀ ਦੀ ਬਿਲਡਿੰਗ ਤੇ ਕਾਮਨ ਸੈਂਟਰਲ ਸੈਕਟਰੀਏਟ ਦੀ ਜੋ ਬਿਲਡਿੰਗ ਹੈ ਉਸਨੂੰ ਰੀਡਿਵੈਲਪ ਕਰਨਾ ਹੈ। ਐਕਚੁਅਲੀ ਇਹ ਜੋ ਰੀਸੈਂਟਲੀ ਜੋ ਗਵਰਨਮੈਂਟ ਨੇ ਆਪਣਾ ਇਸ ਪ੍ਰਪੋਜ਼ਲ ਨੂੰ ਲਿਆਂਦਾ ਸੀ, ਬਟ ਕਾਫੀ ਜ਼ਿਆਦਾ ਲੋਕਾਂ ਨੇ ਈਵਨ ਦੀ ਆਪੋਜੀਸ਼ਨ ਪਾਰਟੀ ਐਂਡ ਸੁਪਰੀਮ ਕੋਰਟ ਨੇ ਵੀ ਕਾਫੀ ਇਸ ਤੇ ਥੋੜੀ ਦੇਰ ਲਈ ਸਟੇ ਲਗਾ ਦਿੱਤਾ ਸੀ, ਕਿਉਂਕਿ ਇਨਵਾਇਰਮੈਂਟਲ ਇਸ਼ੂਜ਼ ਵਾਜ਼ ਵਨ ਆਫ ਦ ਰੀਜ਼ਨ ਐਂਡ ਲੈਂਡ ਵਾਜ਼ ਵਨ ਆਫ ਦ ਰੀਜ਼ਨ। ਬਟ ਹੁਣ ਸੁਪਰੀਮ ਕੋਰਟ ਨੇ ਇਸ ਸੈਂਟਰਲ ਵਿਸਤਾ ਪ੍ਰੋਜੈਕਟ ਨੂੰ ਗੋ ਅਹੈਡ ਮਤਲਬ ਕਿ ਗ੍ਰੀਨ ਸਿਗਨਲ ਦੇ ਦਿੱਤਾ ਹੈ, ਜਿਸ ਤੇ ਕਾਫੀ ਪ੍ਰੋਜ਼ ਐਂਡ ਕੌਨਸ ਹੈ, ਜਿਸ ਨੂੰ ਸਾਨੂੰ ਵੈਸੇ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਇਹ ਪ੍ਰੋਜੈਕਟ ਰੀਡਿਵੈਲਪਮੈਂਟ ਪ੍ਰੋਜੈਕਟ ਬਣੇਗਾ ਤੇ ਕਿਵੇਂ ਮਤਲਬ ਇਸ ਦਾ ਫਾਇਦਾ ਕੀ ਹੈ, ਇਸ ਦਾ ਨੁਕਸਾਨ ਕੀ ਹੈ, ਇਨਵਾਇਰਮੈਂਟ ਤੇ ਇੱਥੇ ਕੀ ਇੰਪੈਕਟ ਪਏਗਾ, ਲੈਂਡ ਕਿਵੇਂ ਡੀਗ੍ਰੇਡ ਹੋਏਗੀ ਔਰ ਕਿੰਨੀ ਕੁ ਨੈਸੈਸਿਟੀ ਸੀ ਐਕਚੁਅਲੀ ਰਿਐਲਿਟੀ ਚ ਵਿੱਚ ਇਸ ਪ੍ਰੋਜੈਕਟ ਦੀ। ਇਹ ਵੀ ਸਾਨੂੰ ਬੀਇੰਗ ਐਗਜ਼ਾਮ ਐਸਪੀਰੈਂਟ ਸਾਨੂੰ ਪਤਾ ਹੋਣਾ ਚਾਹੀਦਾ ਹੈ। ਸੋ ਡੂ ਗੋ ਥਰੂ ਸਚ points. So next is PAL session means Parliament session from January 29 budget on Feb 1। ਜੋ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਸਾਲ ਪਹਿਲਾਂ ਮਤਲਬ ਹੁਣ ਸਾਡਾ ਜੋ ਇਹ ਬਜਟ ਸੈਸ਼ਨ ਔਰ ਜੋ ਪਾਰਲੀਮੈਂਟ ਦਾ ਇਹ ਵਾਲਾ ਸੈਸ਼ਨ ਹੁੰਦਾ ਬਜਟ ਸੈਸ਼ਨ ਜਿਸ ਨੂੰ ਬੋਲਦੇ ਹੈ, ਉਹ ਕੁਝ ਮਤਲਬ ਜਨਵਰੀ ਦੇ ਐਂਡ ਵਿੱਚ ਹੋਣਾ ਸ਼ੁਰੂ ਹੋ ਗਿਆ ਸੀ, ਹੈ ਨਾ। ਔਰ ਬਜਟ ਨੇ ਫੈਬਰਰੀ 1 ਨੂੰ ਮਤਲਬ ਬਜਟ ਰਿਲੀਜ਼ ਕੀਤਾ ਜਾਏਗਾ, ਇਹ ਗਵਰਨਮੈਂਟ ਨੇ ਅਨਾਉਂਸਮੈਂਟ ਕੀਤੀ ਹੈ। ਐਕਚੁਅਲੀ ਹੁਣ ਜਿਸ ਟਾਈਮ ਅਸੀਂ ਇਸ ਨਿਊਜ਼ ਨੂੰ ਪੜ੍ਹਦੇ ਹਾਂ ਤੇ ਅਸੀਂ ਇਹ ਚੀਜ਼ ਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਕੈਬਨਿਟ ਕਮੇਟੀ ਔਨ ਪਾਰਲੀਮੈਂਟਰੀ ਅਫੇਅਰਸ ਕਿਹੜੀ ਬੋਡੀ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਕਮੇਟੀਜ਼ ਹੁੰਦੀਆਂ, ਚਾਹੇ ਉਹ ਕੈਬਨਿਟ ਕਮੇਟੀ ਹੋਏ ਜਾਂ ਪਾਰਲੀਮੈਂਟਰੀ ਕਮੇਟੀ ਹੋਏ, ਇਹਨਾਂ ਤੇ ਡਾਇਰੈਕਟ ਕੁਐਸਚਨਸ ਆਉਂਦੇ ਆ ਪੰਜਾਬ ਸਿਵਲ ਸਰਵਿਸ ਦੇ ਵਿੱਚ ਵੀ, UPSC ਦੇ ਵਿੱਚ ਵੀ ਤੇ ਈਵਨ ਦੂਸਰੇ ਐਗਜ਼ਾਮਸ ਦੇ ਵਿੱਚ ਵੀ। ਚਲੋ ਇਸ ਕਮੇਟੀ ਨੂੰ ਪਹਿਲਾਂ ਅਸੀਂ ਸਟੱਡੀ ਕਰਦੇ ਹਾਂ। ਸੋ ਦਿਸ ਇਜ਼ ਕੈਬਨਿਟ ਕਮੇਟੀ ਔਨ ਪਾਰਲੀਮੈਂਟ। ਇਹ ਐਕਸਟਰਾ ਕਨਸਟੀਟਿਊਸ਼ਨਲ ਬੋਡੀ ਹੈ। ਇਸ ਦਾ ਕੀ ਮਤਲਬ ਹੈ ਕਿ ਕਨਸਟੀਟਿਊਸ਼ਨ ਦੇ ਵਿੱਚ ਇਸ ਬੋਡੀ ਨੂੰ ਫਰੇਮ ਕਰਨ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ, ਬਟ ਰੂਲਸ ਆਫ ਬਿਜ਼ਨਸ ਵਿੱਚ ਇਸ ਬੋਡੀ ਨੂੰ ਫਰੇਮ ਕਰਨ ਦੀ ਪ੍ਰੋਵੀਜ਼ਨ ਸੀ ਤੇ ਇਹ ਸਿਰਫ ਕੈਬਨਿਟ ਮਿਨਿਸਟਰਸ ਦੇ ਨਾਲ ਹੀ ਕਨਸਟੀਟਿਊਟ ਹੁੰਦੀ ਹੈ। ਇਹ ਇੱਕ ਬਹੁਤ ਵੱਡਾ ਡਿਫਰੈਂਸ ਹੈ ਜੇਕਰ ਅਸੀਂ ਕੈਬਨਿਟ ਕਮੇਟੀਜ਼ ਦੀ ਗੱਲ ਕਰਦੇ ਹਾਂ ਤੇ ਪਾਰਲੀਮੈਂਟਰੀ ਕਮੇਟੀਜ਼ ਦੀ ਗੱਲ ਕਰਦੇ ਹਾਂ। ਇਹਨਾਂ ਵਿੱਚ ਕੈਬਨਿਟ ਮਿਨਿਸਟਰਸ ਹੀ ਹੁੰਦੇ ਨੇ ਔਰ ਉਹਨਾਂ ਦੇ ਵਿੱਚ
कैबिनेट मिनिस्टर्स ਨੂੰ ਐਕਸਕਲੂਡ ਕੀਤਾ ਜਾਂਦਾ ਹੈ ਤੇ ਇਹ ਜੋ ਪ੍ਰਾਇਮਰੀਲੀ ਜੋ ਇਹ ਵਾਲੀ ਕਮੇਟੀ ਹੈ ਇਹ ਹੈਡ ਕੀਤੀ ਜਾਂਦੀ ਹੈ ਮਿਨਿਸਟਰ ਆਫ ਹੋਮ ਅਫੇਅਰਸ ਦੇ ਦੁਆਰਾ ਮਤਲਬ ਕਿ ਪ੍ਰਾਈਮ ਮਿਨਿਸਟਰ ਇਸ ਨੂੰ ਹੈਡ ਨਹੀਂ ਕਰਦਾ ਅਰਾਊਂਡ ਰੀਸੈਂਟਲੀ ਜੇਕਰ ਅਸੀਂ 2019 ਦੀ ਗੱਲ ਕਰੀਏ ਤੇ ਰੀਸੈਂਟਲੀ 8 ਕੈਬਨਿਟ ਕਮੇਟੀਜ਼ ਹੈ ਔਰ ਉਹਨਾਂ ਦੇ ਵਿੱਚੋਂ 2 ਕੈਬਨਿਟ ਕਮੇਟੀਜ਼ ਇਸ ਤਰ੍ਹਾਂ ਦੀਆਂ ਹੈ ਜਿਨ੍ਹਾਂ ਨੂੰ ਮਿਨਿਸਟਰੀ ਆਫ ਹੋਮ ਅਫੇਅਰ ਜੋ ਹੈ ਉਹ ਹੈਡ ਕਰਦੇ ਹਨ ਬਾਕੀ ਜਿਹੜੀਆਂ 6 ਨੇ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਹੈਡ ਕਰਦਾ ਹੈ ਤੁਸੀਂ ਮੈਨੂੰ ਦੂਸਰੀ ਜਿਹੜੀ ਕਮੇਟੀ ਹੈ ਉਸ ਦਾ ਨਾਮ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਹੁਣ ਜੇਕਰ ਅਸੀਂ ਕੈਬਨਿਟ ਕਮੇਟੀ ਔਨ ਪੋਲੀਟੀਕਲ ਅਫੇਅਰ ਦੀ ਗੱਲ ਕਰੀਏ ਤੇ ਇਸ ਨੂੰ ਸੁਪਰ ਕੈਬਨਿਟ ਵੀ ਬੋਲਿਆ ਜਾਂਦਾ ਹੈ ਇਸ ਤਰ੍ਹਾਂ ਦੀਆਂ ਟਰਮਸ ਵੀ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਬਿਕੋਜ਼ ਪਿਛਲੇ ਸਾਲ ਜੋ ਪੰਜਾਬ ਸਿਵਲ ਸਰਵਿਸ ਦਾ ਐਗਜ਼ਾਮ ਹੋਇਆ ਸੀ ਉਸ ਦਾ ਇੱਕ ਡਾਇਰੈਕਟ ਕੁਐਸਚਨ ਆਇਆ ਸੀਗਾ ਟਵਿਨ ਸਿਸਟਰਸ ਕਮੇਟੀਜ਼ ਦੇ ਉੱਤੇ ਤੇ ਮੈਨੂੰ ਕਮੈਂਟ ਸੈਕਸ਼ਨ 'ਚ ਐਕਚੁਅਲੀ ਦੱਸੋ ਕਿ ਟਵਿਨ ਸਿਸਟਰਸ ਕਮੇਟੀਜ਼ ਕਿਹੜੀਆਂ ਨੇ ਐਕਚੁਅਲੀ ਉਹ ਪਾਰਲੀਮੈਂਟਰੀ ਕਮੇਟੀਜ਼ ਦੀ ਗੱਲ ਹੋ ਰਹੀ ਹੈ ਕੈਬਨਿਟ ਕਮੇਟੀਜ਼ ਦੀ ਨਹੀਂ ਚਲੋ ਮੈਂ ਤੁਹਾਨੂੰ ਦੱਸ ਵੀ ਦਿੰਦੀ ਹਾਂ ਕਿ ਟਵਿਨ ਸਿਸਟਰਸ ਐਕਚੁਅਲੀ ਅਸੀਂ ਐਸਟੀਮੇਟ ਕਮੇਟੀ ਤੇ ਪਬਲਿਕ ਆਫ ਅਕਾਊਂਟ ਕਮੇਟੀ ਇਹ ਦੋਨਾਂ ਕਮੇਟੀਜ਼ ਨੂੰ ਹੀ ਟਵਿਨ ਸਿਸਟਰਸ ਕਹਿੰਦੇ ਆ ਇਹ ਕਿਉਂ ਕਹਿੰਦੇ ਆ ਇਹ ਮੈਂ ਤੁਹਾਨੂੰ ਆਪਣੀ ਨੈਕਸਟ ਅਪਕਮਿੰਗ ਵੀਡੀਓਜ਼ ਦੇ ਵਿੱਚ ਦੱਸਾਂਗੀ ਜਿਸ ਟਾਈਮ ਮੈਂ ਕਮੇਟੀਜ਼ ਨੂੰ ਕਵਰ ਕਰਾਂਗੀ ਚਲੋ ਹੁਣ ਨਿਊਜ਼ਪੇਪਰ 'ਚ ਚਲੀਏ ਤੇ ਇਹ 'ਚ ਇੱਕ ਇੰਪੋਰਟੈਂਟ ਨਿਊਜ਼ ਇਹ ਵੀ ਆ ਜਾਂਦੀ ਹੈ ਐਲੈਕਸ ਅਪੁਆਇੰਟਡ ਯੂਕੇ ਹਾਈ ਕਮਿਸ਼ਨਰ ਇਹ ਐਲੈਕਸ ਐਲਾਈਸ ਇਜ਼ ਅ ਸਟ੍ਰੈਟੇਜਿਕ ਐਕਸਪਰਟ ਨੇ ਤੇ ਯੂਕੇ ਕਮਿਸ਼ਨਰ ਹਾਈ ਕਮਿਸ਼ਨਰ ਟੂ ਇੰਡੀਆ ਜੋ ਹੈ ਉਹ ਇਲੈਕਟ ਹੋਏ ਨੇ ਇਹਨਾਂ ਦਾ ਨਾਮ ਵੀ ਚਲੋ ਤੁਹਾਨੂੰ ਪਤਾ ਹੋਣਾ ਚਾਹੀਦਾ ਬਿਕੋਜ਼ ਕੁਐਸਚਨ ਕੈਨ ਡਾਇਰੈਕਟਲੀ ਕਮ ਸੋ ਨੈਕਸਟ ਨਿਊਜ਼ ਵਿਚ ਇਜ਼ ਇੰਪੋਰਟੈਂਟ ਇਜ਼ ਹਾਈ ਕੋਰਟ ਜੰਕ ਪਲਾਈ ਓਵਰ ਕੈਪਟਨਸ 2002 ਇਲੈਕਸ਼ਨ ਚਲੋ ਐਕਚੁਅਲੀ ਨਿਊਜ਼ ਇਨੀ ਇੰਪੋਰਟੈਂਟ ਨਹੀਂ ਹੈ ਪਰ ਇਹਦੇ ਵਿੱਚ ਜਿਸ ਐਕਟ ਦੀ ਗੱਲ ਹੁੰਦੀ ਹੈ ਦੈਟ ਇਜ਼ ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ ਇਹ ਐਕਟਸ ਨੂੰ ਜ਼ਰੂਰ ਸਟੱਡੀ ਕਰ ਲਓ ਬਿਕੋਜ਼ ਇਹ ਐਕਟਸ ਬਹੁਤ ਇੰਪੋਰਟੈਂਟ ਨੇ ਇਹ ਸਾਡੀਆਂ ਕੁਝ ਇਹ 2 ਤਰੀਕੇ ਦੇ ਐਕਟ ਨੇ ਇੱਕ 1950 ਦਾ ਤੇ ਇੱਕ 1951 ਦਾ ਇਹ ਪੋਲਿਟੀ ਦਾ ਬਹੁਤ ਇੰਪੋਰਟੈਂਟ ਕੁਐਸਚਨ ਹੁੰਦਾ ਹੈ ਐਕਚੁਅਲੀ ਤੇ ਡਾਇਰੈਕਟ ਕੁਐਸਚਨ ਵੀ ਇਸ ਟੌਪਿਕ ਤੋਂ ਐਕਸਪੈਕਟ ਕੀਤੇ ਜਾ ਸਕਦੇ ਆ ਮੈਂ ਤੁਹਾਨੂੰ ਇਹ ਐਕਟਸ ਦਾ ਥੋੜਾ ਓਵਰਵਿਊ ਦੇ ਦਿੰਨੀ ਆ ਚਲੋ ਪਹਿਲਾ ਜਿਹੜਾ ਐਕਟ ਹੈ ਦੈਟ ਇਜ਼ ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ 1950 ਪ੍ਰਾਇਮਰੀਲੀ ਇਹ ਜਿਹੜਾ ਐਕਟ ਹੈ एलोकेशन ऑफ सीट्स इन दी हाउस ऑफ पीपल मतलब कि स्टेट असैंबली होगी या स्टेट कौंसल होगी इन्हां दे विच किन्नी सीट एलोकेट करनी है इस दे बारे गल करदा है डीलिमिनेशन ऑफ पार्लियामेंट दी गल करदा है और कुछ स्पेसिफिक ऑफिसर्स की पावर होएगी ये सब कुछ बारे गल करदा है ठीक है बट ये एक्ट जो है 1950 ਦਾ ਇਹ ਇਲੈਕਸ਼ਨ ਬੋਡੀ ਔਰ ਇਲੈਕਸ਼ਨ ਸਪੈਸੀਫਿਕਲੀ ਕੋਈ ਗੱਲ ਨਹੀਂ ਕਰਦਾ ਜਿਵੇਂ ਅਸੀਂ ਥੋੜਾ ਧਿਆਨ ਦੇਈਏ ਤਾਂ ਸਾਨੂੰ ਪਤਾ ਹੈ ਕਿ ਸਪੀਕਰਸ ਤੋਂ ਕੁਝ ਪਾਵਰ ਹੁੰਦੀ ਹੈ ਕਿ ਐਮਪੀ ਐਮਐਲਏਜ਼ ਨੂੰ ਰਿਮੂਵ ਕਰਨ ਦੀ ਹੈ ਨਾ ਉਹਨਾਂ ਨੂੰ ਸਸਪੈਂਡ ਕਰਨ ਦੀ ਫॉर ਸਮ ਟਾਈਮ ਤੇ ਇਹ ਜੋ ਪਾਵਰ ਹੈ ਉਹ ਸਪੀਕਰ ਕੋਲ ਤੇ ਪ੍ਰੈਜ਼ੀਡੈਂਟ ਕੋਲ ਅਲੱਗ-ਅਲੱਗ ਐਕਟਸ ਦੇ ਅੰਡਰ ਆਂਦੀ ਹੈ ਠੀਕ ਹੈ ਮੈਨੂੰ ਕਮੈਂਟ ਸੈਕਸ਼ਨ 'ਚ ਦੱਸਿਓ ਕਿ ਕਿਸ ਐਕਟ ਦੇ ਅੰਡਰ ਕਿਸ ਕੋਲ ਪਾਵਰ ਹੁੰਦੀ ਹੈ ਸਪੀਕਰ ਦੀ ਪਾਵਰ ਮਤਲਬ ਰਿਮੂਵ ਕਰਨ ਦੀ ਕਿਸ ਐਕਟ ਅੰਡਰ ਆਂਦੀ ਹੈ ਤੇ ਪ੍ਰੈਜ਼ੀਡੈਂਟ ਦੇ ਕੋਲ ਕਿਸ ਐਕਟ ਅੰਡਰ ਹੁੰਦੀ ਹੈ ਜੇ ਹੁਣ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ 1951 ਦੀ ਗੱਲ ਕਰੀਏ ਤੇ ਇਸ ਕੋਲ ਪ੍ਰੋਵੀਜ਼ਨਸ ਹੁੰਦੀਆਂ ਐਕਚੁਅਲੀ ਇਲੈਕਸ਼ਨਸ ਦੀਆਂ ਜੋ ਪ੍ਰੋਵੀਜ਼ਨਸ ਹੁੰਦੀਆਂ 51 ਐਕਟ ਅੰਡਰ ਆਂਦੀਆਂ ਜਿਵੇਂ ਕਿ ਅਸੀਂ ਗੱਲ ਕਰੀਏ ਤੇ ਕੁਆਲੀਫਿਕੇਸ਼ਨ ਐਂਡ ਡਿਸਕੁਆਲੀਫਿਕੇਸ਼ਨ ਆਫ ਮੈਂਬਰਸ ਇਹ ਮੈਂ ਗੱਲ ਕਰ ਰਹੀ ਸੀ ਕਿ ਜੇਕਰ ਕੁਆਲੀਫਿਕੇਸ਼ਨ ਡਿਸਕੁਆਲੀਫਿਕੇਸ਼ਨ ਔਰ ਐਡਮਿਨਿਸਟ੍ਰੇਟਿਵ ਮਸ਼ੀਨਰੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਇਲੈਕਸ਼ਨਸ ਕਿਸ ਤਰ੍ਹਾਂ ਕੰਡਕਟ ਹੋਣੇ ਚਾਹੀਦੇ ਇਹ ਸਾਰੇ ਰੂਲਸ ਔਰ ਜੋ ਵੀ ਚੀਜ਼ਾਂ ਹੈ ਉਹ ਇਸ ਐਕਟ ਅੰਡਰ ਆਉਂਦੀਆਂ ਔਰ ਜੇਕਰ ਇਸ ਪ੍ਰੋਵੀਜ਼ਨਸ ਨੂੰ ਕੋਈ ਓਬੇ ਨਾ ਕਰੇ ਤੇ ਉਹਨਾਂ ਨੂੰ ਫਾਈਨ ਪੈਂਦਾ ਹੈ ਔਰ ਉਹਨਾਂ ਨੂੰ ਉਸ ਤਰੀਕੇ ਨਾਲ ਮਤਲਬ ਕਿ ਉਹਨਾਂ ਨੂੰ ਸਜ਼ਾ ਹੁੰਦੀ ਹੈ ਰਾਈਟ ਸਮਟਾਈਮਸ ਜੇਕਰ ਐਮਪੀ ਐਮਐਲਏਜ਼ ਇਸ ਐਕਟ ਦੇ ਅਕੋਰਡਿੰਗ ਨਾ ਪ੍ਰੋਸੀਡ ਕਰਨ ਤੇ ਉਹਨਾਂ ਨੂੰ ਡਿਸਕੁਆਲੀਫਾਈ ਵੀ ਕੀਤਾ ਜਾ ਸਕਦਾ ਹੈ ਮੈਨੂੰ ਇਹ ਦੱਸੋ ਕਿ ਇਸ ਐਕਟ ਦੇ ਅੰਡਰ ਇਹ ਐਮਪੀ ਐਮਐਲਏਜ਼ ਨੂੰ ਕੌਣ ਡਿਸਕੁਆਲੀਫਾਈ ਕਰਦਾ ਹੈ ਸਪੀਕਰ ਕਿ ਪ੍ਰੈਜ਼ੀਡੈਂਟ ਚਲੋ ਹੁਣ ਅਸੀਂ ਨਿਊਜ਼ਪੇਪਰ ਨੂੰ ਕੈਰੀ ਫਾਰਵਰਡ ਕਰੀਏ ਤੇ ਨੈਕਸਟ ਇੰਪੋਰਟੈਂਟ ਨਿਊਜ਼ ਇਸ ਪੇਜ ਤੇ ਐਸਾ ਕੁਝ ਨਹੀਂ ਹੈ ਇਹ ਤੇ ਬਸ ਇਹ ਹੈ ਕਿ ਪੰਜਾਬ ਸਿੰਗਰ ਟਾਰਗੇਟ ਕੋਪਸ ਇਨ ਵੀਡੀਓਜ਼ ਲੈਂਡ ਇਹ ਤੇ ਚਲੋ ਅਫਕੋਰਸ ਇਹ ਚੱਲਦਾ ਹੀ ਰਹਿੰਦਾ ਇਹ ਵਾਲਾ ਮਾਮਲਾ ਨਿਊਜ਼ 'ਚ ਕਾਫੀ ਟਾਈਮ ਤੋਂ ਸੀ ਨੈਕਸਟ ਕਾਲਮ 2 ਤੇ ਵੀ ਐਸਾ ਕੋਈ ਨਿਊਜ਼ ਨਹੀਂ ਹੈ ਕਾਲਮ 3 ਤੇ ਵੀ ਕੋਈ ਨਿਊਜ਼ ਨਹੀਂ ਹੈ ਇੱਕ ਤੁਸੀਂ ਜੋ ਚੀਜ਼ ਹੈ ਜੇਕਰ ਤੁਸੀਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਕਿਸੇ ਟੌਪਿਕ ਨੂੰ ਪੜ੍ਹਦੇ ਹੋ ਤੇ ਤੁਸੀਂ ਕੰਟੈਂਪਟ ਆਫ ਕੋਰਟ ਟਰਮ ਜ਼ਰੂਰ ਸੁਣੀ ਹੋਏਗੀ ਉਹ ਕੰਟੈਂਪਟ ਆਫ ਕੋਰਟ ਤੋਂ ਟਰਮ ਤੋਂ ਜ਼ਰੂਰ ਗੋ ਥਰੂ ਹੋ ਜਾਓ ਪੋਲਿਟੀ ਦੇ ਵਿੱਚ ਇਹ ਟਰਮ ਆਉਂਦੀ ਹੈ ਬਹੁਤ ਇੰਪੋਰਟੈਂਟ ਟਰਮ ਹੈ ਪੰਜਾਬ ਵਾਲੇ ਕਾਲਮ ਪੇਜ ਨੰਬਰ 5 ਤੇ ਵੀ ਐਸਾ ਕੋਈ ਨਿਊਜ਼ ਨਹੀਂ ਹੈ ਹੁਣ ਅਸੀਂ ਨੈਕਸਟ ਚੱਲੀਏ
ਤਾਂ ਨੈਕਸਟ ਜੋ ਵਰਲਡ ਪੇਜ ਹੈ, ਵਰਲਡ ਪੇਜ ਤੇ ਆ ਜਾਓ ਫਰੈਂਡਸ, that is 10 ਨੰਬਰ ਪੇਜ। ਉੱਤੇ ਡਾਇਰੈਕਟ ਇੱਕ ਇੰਪੋਰਟੈਂਟ ਨਿਊਜ਼ ਹੈ, UK ਹਿਟਸ ਈਰਾਨ ਵਿਦ ਫਰੈਸ਼ ਸੈਂਕਸ਼ਨਸ, ਰਾਈਟ। ਹੁਣ ਹੈ ਕਿ ਬਹੁਤ ਵੱਡਾ ਇਸ਼ੂ ਚੱਲ ਰਿਹਾ ਹੈ US not UK, US ਈਰਾਨ ਇਸ਼ੂ। ਇਹ ਹੈ ਕਿ ਨਿਊਕਲੀਅਰ ਡੀਲ ਇਸ਼ੂ ਹੈ, ਕਿਉਂਕਿ ਹੁਣ ਰੀਸੈਂਟਲੀ ਕੱਲ ਪਰਸੋਂ ਨਿਊਜ਼ ਆਈ ਸੀ ਕਿ ਈਰਾਨ ਨੇ ਬੋਲ ਦਿੱਤਾ ਕਿ ਮੈਂ ਆਪਣਾ ਯੂਰੇਨੀਅਮ ਇਨਰਿਚਮੈਂਟ ਕਰੂੰਗਾ 20% ਕਰਾਂਗਾ, ਔਰ ਇਹ ਕੀ ਕਰਨ ਦਿਆ ਕਿ ਅਗੇਂਸਟ ਚੱਲ ਗਿਆ ਫਿਰ ਹੁਣ ਨਿਊਕਲੀਅਰ ਡੀਲ ਜੋ 2015 ਵਿੱਚ ਸਾਈਨ ਹੋਈ ਸੀ ਈਰਾਨ ਤੇ P5+1 ਦੇ ਵਿੱਚ। ਇਸ ਡੀਲ ਨੂੰ ਅਸੀਂ ਜੁਆਇੰਟ ਕੰਪਰੀਹੈਂਸਿਵ ਪਲਾਨ ਆਫ ਐਕਸ਼ਨ ਵੀ ਬੋਲਦੇ ਹਾਂ। ਕਦੀ ਕਦੀ ਡਾਇਰੈਕਟ ਕੁਐਸਚਨ ਆ ਜਾਂਦਾ ਹੈ ਕਿ ਜੁਆਇੰਟ ਕੰਪਰੀਹੈਂਸਿਵ ਪਲਾਨ ਆਫ ਐਕਸ਼ਨ ਜੋ ਹੈ ਉਹ ਕਿਸ ਡੀਲ ਦਾ ਨਾਮ ਹੈ। ਤਾਂ ਨਿਊਕਲੀਅਰ ਡੀਲ ਜੋ P5+1 ਤੇ ਈਰਾਨ ਵਿੱਚ ਸਾਈਨ ਹੋਈ ਸੀ। ਹੁਣ P5 ਕੀ ਹੈ? P5 ਐਕਚੁਅਲੀ ਪਰਮਾਨੈਂਟ ਮੈਂਬਰਸ ਨੇ UNSC ਦੇ, ਠੀਕ ਹੈ। ਉਹਨਾਂ ਨੇ ਮੈਨੂੰ ਕਮੈਂਟ ਸੈਕਸ਼ਨ 'ਚ ਦੱਸੋ ਕੌਣ ਪਰਮਾਨੈਂਟ ਮੈਂਬਰਸ ਹਨ, ਨਹੀਂ ਤੇ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਇਸ ਡਿਟੇਲ ਦੇ ਨਾਲ ਇਹ ਟੌਪਿਕ ਦੱਸ ਦੂੰਗੀ ਕੀ ਐਕਚੁਅਲੀ ਮਤਲਬ ਹੁੰਦਾ ਇਸ ਦਾ। ਔਰ ਹਾਂ, ਇਸ ਤੋਂ ਜੇਕਰ ਅਸੀਂ ਈਰਾਨ ਦੇ ਇਸ਼ੂ ਦੀ ਗੱਲ ਕਰੀਏ ਤੇ ਈਰਾਨ ਨੇ ਕੀ ਕੀਤਾ ਹੈ ਕਿ ਆਪਣੀ ਯੂਰੇਨੀਅਮ ਇਨਰਿਚਮੈਂਟ ਨੂੰ ਫਿਰ ਤੋਂ ਰੀਸਟਾਰਟ ਕਰ ਦਿੱਤਾ ਹੈ ਐਂਡ UN ਨੇ ਫਿਰ ਤੋਂ ਈਰਾਨ ਤੇ ਸੈਂਕਸ਼ਨਸ ਲਗਾ ਦਿੱਤੀ ਹੈ। ਮਤਲਬ ਕਿ ਈਰਾਨ ਹੁਣ ਕਿਸੇ ਦੇ ਨਾਲ ਵੀ ਟ੍ਰੇਡ ਨਹੀਂ ਕਰ ਸਕਦਾ ਗਲੋਬਲੀ, ਕਾਫੀ ਸੈਂਕਸ਼ਨਸ ਲੱਗ ਜਾਂਦੀਆਂ ਨੇ, ਰਾਈਟ। ਸੋ ਇਸ ਕਰਕੇ ਪ੍ਰੋਬਲਮ ਆਂਦੀ ਹੈ ਫਿਰ ਈਰਾਨ ਨੂੰ। ਔਰ ਈਰਾਨ ਨੇ ਇਸ ਚੀਜ਼ ਦਾ ਰਿਪਲਾਈ ਕਿਵੇਂ ਕੀਤਾ ਹੈ ਕਿ ਉਹਨਾਂ ਨੇ ਸਟ੍ਰੇਟ ਆਫ ਹੋਰਮਸ ਸਟ੍ਰੇਟ ਜੋ ਹੈ ਉਹ ਕਿੱਥੇ ਹੈ? ਈਰਾਨ ਤੇ ਓਮਾਨ ਦੇ ਵਿੱਚ ਇੱਕ ਬਹੁਤ ਹੀ ਥੋੜੀ ਜਿਹੀ ਛੋਟੀ ਜਿਹੀ ਜਗ੍ਹਾ ਹੈ, ਠੀਕ ਹੈ, ਮਤਲਬ ਜੋ ਲਿੰਕ ਕਰਦੀ ਹੈ ਪਰਸ਼ੀਅਨ ਗਲਫ ਤੇ ਗਲਫ ਆਫ ਓਮਾਨ ਨੂੰ। ਇਹ ਛੋਟੀ ਜਿਹੀ ਸਟ੍ਰੇਟ ਹੈ ਇੱਕ, ਇਸ ਈਰਾਨ ਦਾ ਵੀ ਬਹੁਤ ਵੱਡਾ ਕੰਟਰੋਲ ਹੈ ਆਫ ਕੋਰਸ ਹੈ ਏਰੀਆ ਦੇ, ਤੇ ਇਹਨਾਂ ਨੇ ਇਸ ਸਟ੍ਰੇਟ ਤੋਂ ਲੰਘਣ ਵਾਲੀਆਂ ਚੀਜ਼ਾਂ ਤੇ ਮਤਲਬ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ, ਰੋਕ ਲਗਾਣੀ ਸ਼ੁਰੂ ਕਰ ਦਿੱਤੀ ਹੈ, ਠੀਕ ਹੈ। ਔਰ ਜੇਕਰ ਅਸੀਂ ਯੂਰੇਨੀਅਮ ਇਨਰਿਚਮੈਂਟ ਦੇ ਟੌਪਿਕ ਦੀ ਗੱਲ ਕਰੀਏ ਤਾਂ ਇਨਰਿਚਮੈਂਟ ਦਾ ਕੀ ਮਤਲਬ ਹੈ ਕਿ ਐਕਚੁਅਲੀ ਯੂਰੇਨੀਅਮ ਦੋ ਐਸੀਟੋਪਸ ਤੋਂ ਬਣਿਆ ਹੁੰਦਾ ਹੈ, 238 ਤੇ 235। 238 99% ਹੁੰਦਾ ਹੈ ਐਂਡ 235 ਬਹੁਤ ਘੱਟ ਮਾਤਰਾ 'ਚ ਹੁੰਦਾ ਹੈ। ਤੇ ਜੇਕਰ ਅਸੀਂ ਉਹਦੀ ਇਨਰਿਚਮੈਂਟ ਦੀ ਗੱਲ ਕਰੀਏ ਮਤਲਬ ਅਸੀਂ ਯੂਰੇਨੀਅਮ 235 ਆਈਸੋਟੋਪ ਨੂੰ ਜੋ ਹੈ ਇਨਕਰੀਜ਼ ਕਰ ਰਹੇ ਹਾਂ, ਇਸ ਦੀ ਮਾਤਰਾ ਵਧਾ ਰਹੇ ਹਾਂ, ਠੀਕ ਹੈ। चलो नेक्स्ट टॉपिक पे चलिए, दैट इज एक्सिम बैंक रेजेस $1 billion वाया 100 years बॉन्ड इशूज, ठीक है। ये एक्चुअली एक्सिम बैंक केड़ा बैंक है? एक्सपोर्ट ते इंपोर्ट बैंक हुंदा है ते इन्हां ने बॉन्ड रिलीज कीते हैं सो दैट जो फॉरेन इंडियन प्रोजेक्ट्स है, ठीक है, उन्हां तो पैसा दिता जा सके। बॉन्ड्स खरीदणगे, कोई ना कोई खरीदेगा और वो पैसा फिर है बैंक्स को लाएगा। ये बैंक्स जिहड़ी है इन्वेस्टमेंट करनगे जो ओवरसी इंडियन प्रोजेक्ट्स ने, ठीक है। इस तरीके नाल ये सिनेरियो चलदा रहिंदा है ते एक्सिम बैंक ने ये स्टैप्स गवर्नमेंट लेंदी रहिंदी है, बॉन्ड रिलीज करदी है और फिर पैसा इकट्ठा करके किसी ना किसी इन्वेस्टमेंट लिए वो पैसे नू यूज करती है। कुछ दिन पहला एक बहुत इंपॉर्टेंट बॉन्ड न्यूज च सी, दैट वाज एलिफेंट बॉन्ड। ਤੁਹਾਨੂੰ ਬੌਂਡ ਕੀ ਟਰਮ ਹੈ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਪਤਾ ਹੋਣੀ ਚਾਹੀਦੀ ਹੈ ਕਿ ਬੌਂਡ ਦੇ ਵਿੱਚ ਤੇ ਡੈਪਟ ਦੇ ਵਿੱਚ ਕੀ ਫਰਕ ਹੁੰਦਾ ਹੈ, ਠੀਕ ਹੈ। ਔਰ ਹੋਰ ਵੀ ਜੋ ਇਕਨੋਮਿਕ ਟਰਮਸ ਹੈ ਤੁਹਾਡੀ ਬੇਸਿਕ ਇਕਨੋਮਿਕ ਦਾ ਪਾਰਟ ਤੁਹਾਡਾ ਕਲੀਅਰ ਹੋਣਾ ਚਾਹੀਦਾ। एलिफेंट बॉन्ड की है 25 ईयर सोवरन बॉन्ड है और ये प्राइमरीली इंफ्रास्ट्रक्चर प्रोजेक्ट्स लिए गवर्नमेंट जो है रिलीज कर दी है। एक्चुअली वन ऑफ अ टैक्स एमनेस्टी स्कीम है, मतलब कि जेड़े लोग और जेड़े बिजनेस मैनस ने की कीता है कि अपनी इनकम डिस्कलोज नहीं की हुंदी, ਉਹਨਾਂ ਨੂੰ ਇੱਕ ਵਿੰਡੋ ਓਪਨ ਕਰਕੇ ਦਿੰਦੀ ਹੈ ਗਵਰਨਮੈਂਟ ਕਿ ਤੁਸੀਂ ਆਪਣੀ ਇਨਕਮ ਡਿਸਕਲੋਜ਼ ਕਰ ਦਿਓ, ਠੀਕ ਹੈ। ਔਰ 50% ਆਫ ਜੋ ਇਨਕਮ ਤੁਸੀਂ ਡਿਸਕਲੋਜ਼ ਕਰੋਗੀ ਉਹਦਾ 50% ਤੁਸੀਂ ਸਿਕਿਉਰਿਟੀਜ਼ ਖਰੀਦੋ, ਮਤਲਬ ਇਹ ਵਾਲੇ ਬੌਂਡਸ ਨੂੰ ਖਰੀਦੋ ਤੇ ਫਿਰ ਇਸ ਤਰੀਕੇ ਨਾਲ ਉਹ ਲੋਕਾਂ ਨੂੰ ਵੀ ਮਾਫ ਕਰ ਦਿੱਤਾ ਜਾਂਦਾ। ਉਹਨਾਂ ਦੀ ਜੋ ਗਲਤੀ ਹੁੰਦੀ ਹੈ ਕਿ ਉਹਨਾਂ ਨੇ ਬਲੈਕ ਮਨੀ ਨੂੰ ਮਤਲਬ ਆਪਣੀ ਬਲੈਕ ਮਨੀ ਨੂੰ ਆਪਣੇ ਕੋਲ ਰੱਖਿਆ ਸੀ, ਉਹ ਚੀਜ਼ ਦੀ ਮਾਫੀ ਉਹਨਾਂ ਨੂੰ ਮਿਲ ਜਾਂਦੀ ਹੈ, ਯੂ ਕੈਨ ਸੇ। और उस तो बाद ये एलिफेंट जो बॉन्ड्स हैं इन्होंने प्राइमरीली इंफ्रास्ट्रक्चर प्रोजेक्ट्स से यूज किया जाता है। रूपी डिनोमिनेटेड है, रूपी डिनोमिनेटेड मतलब कि ये रूपी करंसी विच बनते हैं, मतलब यूज किए जाते हैं। जेकर असीं एलिफेंट बॉन्ड की गल करिए तो ऑफकोर्स सानू मसाला बॉन्ड्स बारे भी पता होना चाहिए। ये भी पिछले कुछ सालों तो काफ़ी न्यूज़ च सी। तुसीं मैनूं कमेंट सैक्शन च दसो कि मसाला बॉन्ड्स जो है वो किस डिनोमिनेशन च हुंदे ने, ठीक है। चलो नैक्सट जेकर असीं अपने न्यूज़पेपर ते जाइए तो वर्ल्ड तो बाद लास्ट पेज ते आ जाओ फ्रेंड्स।
ਲਾਸਟ ਪੇਜ ਦੇ ਉੱਤੇ ਸਭ ਤੋਂ ਪਹਿਲਾਂ ਜੋ ਇੰਪੋਰਟੈਂਟ ਨਿਊਜ਼ ਹੈ, ਮੋਦੀਜ਼ એનર્ਜੀ ਰੋਡ ਮੈਪ ਮੋਰ ਦੈਨ ਡਬਲ ਨੈਚੁਰਲ ਗੈਸ ਸ਼ੇਅਰ। ਮਤਲਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਬੋਲਿਆ ਹੈ ਕਿ ਅਸੀਂ ਆਪਣੀ ਨੈਚੁਰਲ ਗੈਸ ਦੀ ਜੋ ਮਤਲਬ ਪੈਦਾਵਾਰ ਹੈ ਉਸਨੂੰ ਡਬਲ ਕਰ ਦੇਣਾ ਹੈ, ਅਰਾਊਂਡ 15% ਲੈ ਆਣਾ ਹੈ 2030 ਤੱਕ। ਠੀਕ ਹੈ, ਤੇ ਅਸੀਂ ਆਪਣੀ ਇਕੋਨੋਮੀ ਨੂੰ ਨੈਚੁਰਲ ਗੈਸ ਬੇਸਡ ਇਕੋਨੋਮੀ ਬਣਾ ਦੇਣਾ। ਠੀਕ ਹੈ, ਹੁਣ ਨਾਲ ਦੇ ਨਾਲ ਇਹਨਾਂ ਨੇ ਇੱਕ ਕੋਚੀ ਮੰਗਲੁਰੂ ਜੋ ਨੈਚੁਰਲ ਗੈਸ ਪਾਈਪਲਾਈਨ ਹੈ ਉਸਨੂੰ ਲਾਂਚ ਕੀਤਾ ਹੈ, ਤੇ ਉਸ ਲਾਂਚ ਦੇ ਟਾਈਮ ਤੇ ਵਰਚੁਅਲੀ ਲਾਂਚ ਕੀਤਾ ਸੀ। ਉਸ ਲਾਂਚ ਦੇ ਟਾਈਮ ਤੇ ਉਹਨਾਂ ਨੇ ਇਹ ਸਾਰੀਆਂ ਸਟੇਟਮੈਂਟਸ ਦਿੱਤੀਆਂ। ਹੁਣ ਜਿਸ ਟਾਈਮ ਇਸ ਨਿਊਜ਼ ਨੂੰ ਦੇਖੋ ਤੇ ਸਾਨੂੰ ਕੰਪੋਜੀਸ਼ਨ ਆਫ ਨੈਚੁਰਲ ਗੈਸ ਪਤਾ ਹੋਣਾ ਚਾਹੀਦਾ, ਸਾਨੂੰ ਡਿਫਰੈਂਸ ਪਤਾ ਹੋਣਾ ਚਾਹੀਦਾ ਕੰਪਰੈਸਡ ਨੈਚੁਰਲ ਗੈਸ ਤੇ ਲਿਕੁਇਫਾਈਡ ਨੈਚੁਰਲ ਗੈਸ ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈ। ਐਕਚੁਅਲੀ ਜੋ ਨੈਚੁਰਲ ਗੈਸ ਹੈ ਮੋਸਟਲੀ ਪ੍ਰਾਇਮਰੀਲੀ ਮਿਥੇਨ ਦੀ ਬਣੀ ਹੁੰਦੀ ਹੈ ਔਰ ਇਹ ਐਕਚੁਅਲੀ ਕਲੀਨ ਫਿਊਲ ਕਾਊਂਟ ਹੁੰਦੀ ਹੈ। ਸੋ ਇਸੇ ਲਈ ਹੁਣ ਸਾਡੇ ਜਿਹੜੇ ਵਹੀਕਲਸ ਵਗੈਰਾ ਹੈ ਉਹ CNG ਤੇ ਚਲਦੇ ਨੇ, ਹੈ ਨਾ। ਅਸੀਂ ਪ੍ਰੈਫਰ ਕਰਦੇ ਹਾਂ ਕਿ CNG ਤੇ ਚਲਾਓ, ਪੈਟਰੋਲ ਡੀਜ਼ਲ ਨੂੰ ਘੱਟ ਯੂਜ਼ ਕਰੋ। ਔਰ ਨੈਚੁਰਲ ਗੈਸ ਜਿਸ ਟਾਈਮ ਅਸੀਂ ਪੈਟਰੋਲੀਅਮ ਦੇ ਡਿਪੋਜ਼ਿਟਸ ਨੂੰ ਕੱਢਦੇ ਹਾਂ, ਕਰੂਡ ਆਇਲ ਨੂੰ ਕੱਢਦੇ ਹਾਂ, ਇਸ ਦੇ ਨਾਲ ਹੀ ਇਹ ਰਿਲੀਜ਼ ਹੁੰਦੀ ਹੈ। ਠੀਕ ਹੈ, ਤੇ ਮੋਸਟਲੀ ਡੈਲਟਾ ਰੀਜਨਸ ਤੇ ਜਿੱਥੇ ਪੈਟਰੋਲ ਪਾਇਆ ਜਾਂਦਾ, ਪੈਟਰੋਲੀਅਮ ਪ੍ਰੋਡਕਟਸ ਪਾਏ ਜਾਂਦੇ ਨੇ, ਉੱਥੇ ਇਹ ਚੀਜ਼ ਵੀ ਨੈਚੁਰਲ ਗੈਸ ਵੀ ਸਾਨੂੰ ਮਿਲਦੀ ਹੈ। ਇਹਨਾਂ ਦੀ ਪ੍ਰਾਇਮਰੀ ਜੋ ਲੋਕੇਸ਼ਨਸ ਹੈ ਆਫ ਕੋਰਸ ਉਹ ਕੋਸਟਲ ਰੀਜਨਸ ਹੀ ਹੋਣਗੇ। ਕੁਝ ਮੇਜਰ ਰੀਜਨਸ ਦੀ ਗੱਲ ਇਸ ਆਰਟੀਕਲ 'ਚ ਵੀ ਕੀਤੀ ਹੈ, ਤੁਸੀਂ ਨੋਟ ਡਾਊਨ ਕਰ ਲੈਣਾ। ਸੋ ਦ ਨੈਕਸਟ ਇੰਪੋਰਟੈਂਟ ਨਿਊਜ਼ ਇਜ਼ NDRF inducts its first women's team। इसका मतलब जो है नेचुरल डिजास्टर रिस्पॉन्स फोर्स जो है उन्होंने अपनी पहली 100 वुमेन दी जो है कैलामिनिटी कंबैटेंट रेस्क्यूअर्स जो है वो टीम ਨੂੰ ਲਾਂਚ ਕੀਤਾ। ਪਹਿਲੀ ਵਾਲੀ ਟੀਮ ਹੈ, ਫਸਟ ਟੀਮ ਹੈ ਇਸ ਤਰ੍ਹਾਂ ਦੀ ਜੋ ਜਿਸ ਵਿੱਚ ਵੂਮਨ ਨੇ। ਔਰ ਇਹ ਲਾਂਚ ਕਿੱਥੇ ਕੀਤਾ? ਇਹ ਕੀਤਾ यूपी ਤੇ ਗੰਗਾ ਤੱਟ ਤੇ ਬੈਂਕ ਆਫ ਦ ਗੰਗਾ यूपी ਚ। ਕਦੀ ਸਿੱਧੇ ਕੁਐਸਚਨ ਆ ਜਾਂਦੇ ਨੇ ਕਿ ਇਸ ਤਰੀਕੇ ਦੀ ਲਾਂਚ ਹੋਇਆ ਸੀ, ਕਿਸ ਜਗ੍ਹਾ ਤੇ ਹੋਇਆ ਸੀ, ਹਰਿਆਣਾ, UP, ਉੱਤਰਾਖੰਡ, ਔਰ ਯੂ ਸ਼ੁੱਡ ਬੀ ਕਲੀਅਰ ਅਬਾਊਟ ਦਿਸ। ਉਸ ਤੋਂ ਬਾਅਦ ਜੇਕਰ ਅਸੀਂ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੰਡ ਦੀ ਗੱਲ ਕਰੀਏ ਤੇ ਅੰਡਰ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੇ ਅੰਡਰ ਇਹ ਬੋਡੀ ਆਂਦੀ ਨੇ। ਤੇ ਇਹ ਜੋ ਬੋਡੀ ਹੈ ਇਹ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਜਿਸ ਨੂੰ ਹੈਡ ਕਰਦੇ ਨੇ ਪ੍ਰਾਈਮ ਮਿਨਿਸਟਰ, ਉਸ ਦੇ ਅੰਡਰ ਇਹ ਬੋਡੀ ਆਂਦੀ ਨੇ। ਤੇ ਇਹਨਾਂ ਨੂੰ ਜੋ ਹੈਡ ਕਰਦੇ ਨੇ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਨੂੰ ਹੈਡ ਕਰਦਾ ਡਾਇਰੈਕਟਰ ਜਨਰਲ, ਜੋ ਮੋਸਟਲੀ ਇੱਕ IPS ਆਫਿਸਰ ਹੁੰਦੇ ਨੇ। ਸੋ ਹੁਣ ਫਸਟ ਟਾਈਮ ਵੂਮਨ ਦੀ ਪਾਰਟਿਸਿਪੇਸ਼ਨ ਵੀ ਇਸ ਵਿੱਚ ਵੇਖਣ ਨੂੰ ਮਿਲੇਗੀ। ਵੈਸੇ ਵੀ ਇੱਕ ਬਹੁਤ ਵੱਡੀ ਐਗਜ਼ਾਮਪਲ ਸੈੱਟ ਹੋ ਜਾਂਦੀ ਹੈ ਔਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਵੇਂ ਜੋ ਵੂਮਨ ਇੰਪਾਵਰਮੈਂਟ ਵਾਲੇ ਜੋ ਇਨੀਸ਼ੀਏਟਿਵਸ ਗਵਰਨਮੈਂਟ ਰੀਸੈਂਟਲੀ ਲੈ ਰਹੀ ਹੈ ਉਹ ਕਿਹੜੇ ਨੇ, ਤੇ ਅਸੀਂ ਆਪਣੇ ਆਨਸਰਸ ਦੇ ਵਿੱਚ ਵੀ ਇਸ ਨੂੰ ਯੂਜ਼ ਕਰ ਸਕਦੇ ਹਾਂ। ਸੋ ਜਿਵੇਂ ਮੈਂ ਨੈਕਸਟ ਵੀ ਬੋਲਿਆ ਸੀ, ਹੁਣ ਦੇਖੋ ਇਹ ਵੀ ਇੱਕ ਬਹੁਤ ਇੰਪੋਰਟੈਂਟ ਨਿਊਜ਼ ਹੈ ਕਿ ਇੰਡੀਆ ਜੋ ਹੈ ਹੁਣ UNSC ਦੇ ਵਿੱਚ ਜੋ ਨਾਨ ਪਰਮਾਨੈਂਟ ਮੈਂਬਰ ਹੈ ਉਹ ਫਿਰ ਤੋਂ 2 ਸਾਲ ਲਈ ਇਲੈਕਟ ਹੋ ਗਿਆ। ਹੁਣ ਤੁਹਾਨੂੰ ਪਤਾ ਹੀ ਹੈ ਕਿ 5 UNSC ਦੇ 5 ਪਰਮਾਨੈਂਟ ਮੈਂਬਰਸ ਨੇ ਔਰ 10 ਨਾਨ ਪਰਮਾਨੈਂਟ ਮੈਂਬਰਸ ਹੁੰਦੇ ਨੇ 2 ਸਾਲ ਲਈ। ਜੋ 5 ਪਰਮਾਨੈਂਟ ਮੈਂਬਰਸ ਨੇ ਉਹ ਕਿਹੜੇ ਨੇ? ਇੱਕ ਹੈ ਚਾਈਨਾ, ਇੱਕ UK USA, ਔਰ ਬਾਕੀ ਇੱਕ ਫਰਾਂਸ, ਔਰ ਚਾਈਨਾ, UK USA, ਫਰਾਂਸ ਐਂਡ ਇੱਕ ਹੋਰ ਹੈ, ਸੌਰੀ ਮੈਂ ਤੁਹਾਨੂੰ ਕਮੈਂਟ ਸੈਕਸ਼ਨ 'ਚ ਦੱਸਦੀ ਹਾਂ। ਔਰ ਹਾਂਜੀ, ਤੇ UNSC ਕੀ ਹੈ? UNSC ਇੱਕ ਇੰਪੋਰਟੈਂਟ ਬੋਡੀ ਹੈ ਕਿਸ ਦੀ? UN ਦੀ ਵਨ ਆਫ ਬੋਡੀ। ਠੀਕ ਹੈ, ਜਿਵੇਂ ਤੁਹਾਡੇ ਨਾਲ ਮੈਂ ਕੱਲ ਹੀ ਗੱਲ ਕੀਤੀ ਸੀ ਤੇ ਸਪੈਸ਼ਲਾਈਜ਼ਡ ਬੋਡੀਜ਼ ਹੁੰਦੀਆਂ, ਕੁਝ ਇਸ ਦੇ ਆਰਗਨਸ ਹੁੰਦੇ ਨੇ। UNSC ਵਨ ਆਫ ਦੀ ਆਰਗਨ ਹੈ UN ਦੀ। ਠੀਕ ਹੈ ਫਰੈਂਡਸ, ਇਸ ਤਰੀਕੇ ਦੇ ਨਾਲ ਤੁਸੀਂ ਨਿਊਜ਼ਪੇਪਰ ਨੂੰ ਤੇ ਆਪਣੇ ਜੋ ਸਟੈਟਿਕ ਪਾਰਟ ਨੂੰ ਕੋਰਿਲੇਟ ਕਰਕੇ ਸਟੱਡੀ ਕਰਨਾ ਹੈ। ਇਸੇ ਤਰੀਕੇ ਨਾਲ ਤੁਹਾਡਾ ਕੌਨਫੀਡੈਂਸ ਬਣੇਗਾ, ਇਸੇ ਤਰੀਕੇ ਨਾਲ ਤੁਹਾਡੇ ਕਨਸੈਪਟ ਕਲੀਅਰ ਹੋਣਗੇ। ਤੇ UNSC ਦੇ ਬਾਰੇ ਮੈਂ ਤੁਹਾਨੂੰ ਕਮੈਂਟਸ ਦੇ ਵਿੱਚ ਡਿਟੇਲ 'ਚ ਦੱਸ ਦਿੰਨੀ ਹੈ। ਸੌਰੀ ਫॉर ਮਿਸਿੰਗ that concept and thank you for watching this video. Thank you very much for your support.